ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ। ਬ੍ਰਹਮਾ ਬਿਸ਼ਨ ਸਿਰੈ ਤੈ ਅਗਨਤ, ਤਿਨ ਕੋ ਮੋਹ ਭਿਆ ਮਨ ਮਦ ਕਾ। ਚੌਰਾਸੀ ਲਖ ਜੋਨਿ ਪਾਈ, ਰਿਜਕ ਦਿਆ ਸਭ ਹੂੰ ਕੋ ਤਦ ਕਾ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੱਜਣ ਸੱਚਾ ਪਾਤਸ਼ਾਹ, ਸਿਰ ਸਹਾਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸ਼ਲੋਕ ਮਹੱਲਾ ਤੀਜਾ। ਜਿਨੀ ਨਾਮ ਵਿਸਾਰਿਆ, ਬਹੁ ਕਰਮ ਕਮਾਵਹਿ ਹੋਰ। ਨਾਨਕ ਜਮਪੁਰ ਵੱਧੇ ਮਾਰੀਐ, ਜਿਉ ਸੰਨਿਹ ਉਪਰ ਚੋਰ। ਜਿਨੀ ਨਾਮ ਵਿਸਾਰਿਆ, ਬਹੁ ਕਰਮ ਕਮਾਵਹਿ ਹੋਰ। ਨਾਨਕ ਜਮਪੁਰ ਵੱਧੇ ਮਾਰੀਐ, ਜਿਉ ਸੰਨਿਹ ਉਪਰ ਚੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਪਤਿਤ ਪਾਵਨ, ਕਰਨਾ ਨਿਧਾਨ ਅੰਤਰਜਾਮੀ। ਭਗਤ ਵਛਲ ਦੀਨਾ ਬੰਧੂ, ਲੋਕ ਪਰਲੋਕ ਦੇ ਰੱਖਿਅਕ। ਕਿਰਪਾ ਦੇ ਖਜ਼ਾਨੇ, ਕਲਯੁਗੀ ਜੀਵਾਂ ਦੇ ਉਧਾਰ ਕਰਤਾ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ, ਬੇਅੰਤ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਪਹੁੰਚ ਕਰਕੇ, ਦੇਵਤਿਆਂ ਅਤੇ ਹੰਸਾਂ ਦੀ ਨਿਆਈ, ਜਿੱਥੇ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਖੁੱਲ੍ਹੇ ਦਰਸ਼ਨ ਦਿਦਾਰੇ, ਉੱਥੇ ਰੱਬੀ ਬਾਣੀ ਦਾ ਨਿਰੋਲ ਕੀਰਤਨ ਆਪ ਸੰਗਤਾਂ ਸਰਵਣ ਕਰਕੇ ਆਨੰਦ ਨੂੰ ਪ੍ਰਾਪਤ ਹੋ ਰਹੀਆਂ ਸੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਗੁਰਬਾਣੀ ਵਿਚਾਰ, ਗੁਰਬਾਣੀ ਵਿਆਖਿਆ
ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 1247 ਤੇ ਇਹ ਮਹਾਨ ਮੁਖਵਾਕ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰੇ ਹੋਏ, ਜਿਨ੍ਹਾਂ ਬਚਨਾਂ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਕਿਉਂਕਿ ਰਾਗ ਸਾਰੰਗ ਦੀ ਇਹ ਵਾਰ ਹੈ। ਇਸ ਦੇ ਵਿੱਚ ਜਿੰਨੀਆਂ ਵੀ ਪੌੜੀਆਂ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰੀਆਂ ਹੋਈਆਂ, ਭਾਵੇਂ ਇੱਕ ਓਂਕਾਰ ਤੋਂ ਲੈ ਕਰਕੇ 18, 10, 20 ਤੱਕ ਜੋ ਸਾਰ ਤਤ ਨਿਚੋੜ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਬੀ ਬਾਣੀ ਦਾ, ਉਹ ਕੇਵਲ ਤੇ ਕੇਵਲ ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਝਾਕ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨਾਨਕ ਕੈ ਘਰ ਕੇਵਲ ਨਾਮ। ਪਰਮਾਤਮਾ ਪਰਮੇਸ਼ਰ ਦੀ ਸਿਫਤ ਸਲਾਹ ਤੇ ਵਡਿਆਈਆਂ ਤੇ ਉਸਤਤੀ ਕੀਤੀ ਗਈ ਹੈ। ਉੱਥੇ ਜਿਨ੍ਹਾਂ ਜਿਨ੍ਹਾਂ ਨੇ ਸਿਮਰਨ ਅਭਿਆਸ ਕਮਾਈ ਕਰਕੇ ਪਰਮਾਤਮਾ ਦੇ ਦਰਸ਼ਨ ਦਿਦਾਰੇ, ਪਰਮਾਤਮਾ ਦੀ ਪ੍ਰਾਪਤੀ, ਆਤਮਕ ਅਡੋਲ ਅਵਸਥਾ ਨੂੰ ਜੋ ਪ੍ਰਾਪਤ ਹੋਏ ਹੈ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਕਿਤ ਹੈ। ਕਿਉਂਕਿ ਗੁਰਮੁਖ ਪਿਆਰਿਓ, ਜੋ ਗੁਰਬਾਣੀ ਦੇ ਗੁੱਝੇ ਭੇਦਾਂ ਨੂੰ ਸਮਝਣ ਵਾਸਤੇ ਜੀਵ ਦੀ ਇਤਨੀ ਇਕਾਗਰਤਾ ਚਾਹੀਦੀ ਹੈ, ਇਤਨਾ ਕੁ ਪ੍ਰੇਮ ਭਾਵਨਾ ਸ਼ਰਧਾ ਚਾਹੀਦੀ ਹੈ, ਇੰਨਾ ਕੁ ਧਿਆਨ ਕੇਂਦਰਿਤ ਹੋਣਾ ਚਾਹੀਦਾ। ਫਿਰ ਗੁਰਬਾਣੀ ਦੇ ਵਿੱਚ ਜੋ ਗੋਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੈ ਖੋਤ। ਜਿਸ ਤਰ੍ਹਾਂ ਪਾਣੀ ਦੀ ਡੂੰਘਾਈ ਵਾਲੀ ਤਹਿ ਦੇ ਵਿੱਚ ਬੇਕੀਮਤੀ ਹੀਰੇ ਲਾਲ ਜਵਾਹਰ ਮਾਣਕ ਪਏ ਹੋਣ, ਕਿਨਾਰੇ ਤੋਂ ਦਿਸਦੇ ਵੀ ਹੋਣ, ਪਰ ਉਹਨਾਂ ਨੂੰ ਹਥਿਆਉਣ ਵਾਸਤੇ, ਪ੍ਰਾਪਤ ਕਰਨ ਵਾਸਤੇ ਤੇ ਇਸ ਜੀਵ ਨੂੰ ਉਹਨਾਂ ਪਦਾਰਥਾਂ ਤੱਕ ਪਹੁੰਚਣਾ ਜ਼ਰੂਰੀ ਹੋਵੇ। ਤੇ ਜੇ ਕੋਈ ਇਹ ਗੱਲ ਆਖੇ ਕਿ ਮੈਂ ਪਾਣੀ ਦੇ ਨਾਲ ਆਪਣਾ ਸਰੀਰ ਗਿੱਲਾ ਵੀ ਨਹੀਂ ਕਰਨਾ, ਮੈਂ ਪਾਣੀ ਦੀ ਡੂੰਘਾਈ ਤਹਿ ਤੱਕ ਵੀ ਨਹੀਂ ਜਾ ਸਕਦਾ, ਕਿਉਂਕਿ ਮੈਨੂੰ ਮੌਤ ਦਾ ਡਰ ਹੈ, ਕਿਤੇ ਮੈਂ ਵਾਪਸ ਨਾ ਹੀ ਮੇਰੇ ਕੋਲੋਂ ਆ ਹੋਵੇ, ਕਿਉਂਕਿ ਪਾਣੀ ਦੇ ਵਿੱਚ ਮੈਨੂੰ ਸਾਹ ਨਹੀਂ ਆਉਣਾ। ਅਗਰ ਇਹਨਾਂ ਸੋਚਾਂ ਵਿਚਾਰਾਂ ਦੇ ਵਿੱਚ ਜੀਵ ਕਿਨਾਰੇ 'ਤੇ ਖੜਾ ਸੋਚਾਂ ਦੇ ਵਿੱਚ ਪਿਆ, ਤੇ ਉਹ ਬੇਕੀਮਤੀ ਹੀਰੇ ਲਾਲ ਜਵਾਹਰ ਮਾਣਕ ਪ੍ਰਾਪਤ ਨਹੀਂ ਕਰ ਸਕਦਾ। ਜਿੰਨੇ ਮਰਜ਼ੀ ਉਹ ਜਨਮ ਲਵੇ ਤੇ ਜਿੰਨਾ ਮਰਜ਼ੀ ਉਹ ਸਮਾਂ ਲਾਵੇ, ਜਿੰਨੀ ਮਰਜ਼ੀ ਚਤੁਰਾਈ ਤੇ ਸਿਆਣਪਾਂ ਉਸ ਦੇ ਪਾਸ ਹੋਣ, ਪਰ ਉਹਨਾਂ ਪਦਾਰਥਾਂ ਦੀ ਪ੍ਰਾਪਤੀ ਤਾਂ ਪਾਣੀ ਦੇ ਵਿੱਚ ਛਾਲ ਮਾਰ ਕੇ ਹੀ ਹੋ ਸਕਦੀ ਹੈ। ਜਾਨ ਤਲੀ ਤੇ ਰੱਖ ਕੇ ਤੇ ਫਿਰ ਹੀ ਉਸ ਪਦਾਰਥ ਦੀ ਪ੍ਰਾਪਤੀ ਇਸ ਜੀਵ ਨੂੰ ਹੋ ਸਕਦੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਹੁਤ ਸੁੰਦਰ ਬਚਨ ਹਨ ਕਿ ਗੁਰ ਸਾਗਰ ਰਤਨੀ ਭਰਪੂਰੇ। ਜਿੱਥੇ ਆਪ ਸੰਗਤਾਂ ਸਤ ਸੰਗਤ ਦੇ ਰੂਪ ਦੇ ਵਿੱਚ ਬਿਰਾਜਮਾਨ ਹੈ, ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਤ ਸੰਗਤ ਬਾਰੇ ਪੁੱਛਿਆ, ਸਤਿਗੁਰੂ ਜੀ ਕਿਰਪਾ ਕਰਦੇ, ਸਤ ਸੰਗਤ ਮਹਿ ਹਰ ਹਰ ਬਸਿਆ, ਮਿਲ ਸੰਗਤ ਹਰ ਗੁਣ ਜਾਣ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਮਿਲ ਸਤ ਸੰਗਤ ਖੋਜ ਦਸਾਈ।
सिद्ध सभा कर आसन बैठे, संत सभा जयकारो। तिस आगे रह रास हमारी, साचा अपर अपारो। ये ऐसी सभा है जिस सभा दे विच बैठिया पूर्ण एकाग्रता बनदियां बनदियां ऐसी अवस्था नूं ਸਰੋਤਾ प्राप्त हो जाता कि देह अध्यास तो उपर उठ के नाम दे रस की प्राप्ति हो जाती है। आप संगतां नूं ये भली भांत पता होवेगा। जदों धीर मलिया ने ग्रंथ साहिब जी का जो संग्रह सी नाम बाणी का खजाना कलगीधर महाराज जी वालों भेजे हुए ਸਿੰਘਾਂ ਨੂੰ देण तो इनकार कर दिता। इत्थे तक तर्क किया, जे गुरु नानक दी ही जोत है फिर कंठों बाणी क्यों नहीं आचार लेंदे। साहिबे कमाल गुरु गोबिंद सिंह महाराज सतगुर सच्चे पातशाह जी ने प्रोग्राम इस हिसाब दे नाल बना लिया। सेवादारां नूं सेवा दे दित्ती। भाई मनी सिंह, बाबा दीप सिंह दमदमी टकसाल दे पहले मुखी, जिन्हां नूं सियाई ते कलमा घड़न दी जो ड्यूटी सी कलगीधर महाराज जी वालों प्राप्त हुई। भाई मनी सिंह लखारी बने। मुबारक रसना साहिबे कमाल गुरु गोबिंद सिंह महाराज सच्चे पातशाह जी दी। अमृत वेले सतगुरां ने बाणी आचारनी। शामां दे दीवानां दे विच जिन्नी बाणी आचारी ते उस दी व्याख्या करनी। हुण जिन्हां नूं परमात्मा दे नाल प्रेम सी, प्यार सी, गुरबाणी दे गुज्जे भेदां दे समझण दी तड़प सी, आनंदपुर साहिब दे कीते होए बचन जिन्हां नूं याद सी कि कलगीधर महाराज जी ने बचन दिता सी, जदों जंगा युद्धां तो विहले होवांगे, कमर कसा खोलांगे, फिर गुरबाणी शुद्ध आचारण ते इस दी कथा व्याख्या करांगे। धनता दे जोग ओ गुरमुख प्यारे ओ सिंह जिन्हां ने काबले गौर इस बेकीमती बचन नूं संभाल के रखिया। समय आउण ते दशमेश पिता जी नूं याद दिलाया। अज वो समा प्राप्त हो गया बे साहिबे कमाल गुरु गोबिंद सिंह महाराज जी की रसना तो ही गुरबाणी का आचारण सुनन नूं मिल रहा। साहिबे कमाल गुरु गोबिंद सिंह महाराज की मुबारक रसना तो ही गुरबाणी के अर्थ सुनन नूं मिल रहे हैं। ये तो बड़े भाग होर किसे जीव दे हो ही नहीं सकते। ये गुरु अर्जन देव महाराज के बचन है कि सब तो बड़े भाग गुरसिखां के। पर जे असीं सरोते बन के गुरसिख बन के भुख प्यास पूरी तड़प बना के किते हिरदे रूपी वर्तन नूं सिद्धा रख के गुरु ग्रंथ साहिब महाराज की गोच बैठ ही जाइए ना, तो सतगुर सच्चे पातशाह जी नाम रूपी अमृत नाल साडियां झोलियां भर देणगे। उस हिरदे दे विच जिहड़ी भरपूरता होवेगी, नाम की दात होवेगी, गुरमुखो उस रस ते उस आनंद दे सामने दुनिया का हर पदार्थ, दुनिया का हर अहुदा, दुनिया की हर पदवी, दुनिया की हर वस्तु तुछ लगेगी, क्योंकि नाम तुल कछ अवर ना होए। दुनियावी पदार्थ ते पदवी ते अहुदियां दा नशा कुछ दिन ही होवेगा ना, क्योंकि ये शरीर ते सुआस ही कुछ दिन दे परौणे आ। पर जो अकाल पुरख परमात्मा गुरमुखो वो सदा सलामत है। उस रस दे विच, उस रंग दे विच फिर कदे भी गुरमुख प्यारिओ घाटा नहीं पैंदा, वो तो वधदा ही जांदा, क्योंकि शरीर दे उपर उठ के इस रस की प्राप्ति हुंदी है। शरीर दा ते टाइम दा इहदे नाल कोई मेल ही नहीं। इन्नी किरपा
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕੀਤੀ ਕਿ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ। ਅਰਬਾਂ ਦੇ ਹਿਸਾਬ ਦੇ ਨਾਲ ਜਨਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪੂਰੇ ਸੰਸਾਰ ਜੀਵਾਂ ਤੋਂ ਵੱਡੇ ਭਾਗ ਕਿਸ ਦੇ ਦੱਸ ਦਿੱਤੇ? ਜੋ ਗੁਰ ਚਰਨੀ ਸਿੱਖ ਪੜ੍ਹਤਿਆਂ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੱਘੀ ਗੋਦ 'ਚ ਬਸ ਬੈਠ ਹੀ ਜਾਂਦਾ, ਕਰਦਾ ਕੁਝ ਨਹੀਂ, ਸੁੰਨ ਹੋ ਜਾਂਦਾ। ਜੋ ਕੁਛ ਵੀ ਕਰ ਰਿਹਾ ਉਸ ਨੂੰ ਛੱਡ ਦਿੰਦਾ। ਹੁਣ ਤਾਂ ਜੋ ਸੁਣਨ ਨੂੰ ਮਿਲ ਰਿਹਾ, ਜੋ ਦੇਖਣ ਨੂੰ ਮਿਲ ਰਿਹਾ, ਹੁਣ ਬਸ ਉੱਥੇ ਬਿਰਤੀ ਦਾ ਟਿਕਾਅ ਬਣ ਗਿਆ। ਇੱਥੇ ਕੁਝ ਕਰਨ ਦੀ ਜ਼ਰੂਰਤ ਨਹੀਂ, ਪਰ ਸਮਰਪਣ ਭਾਵ ਹੋਵੇ, ਆਪਣੇ ਆਪ ਨੂੰ ਜੀਵੇ ਛੱਡ ਸਕੇ। ਅੰਦਰ ਤੜਪ ਭੁੱਖ ਪਿਆਸ ਐਨੀ ਹੋਵੇ ਗੁਰਬਾਣੀ ਨੂੰ ਸਮਝਣ ਦੀ, ਤੇ ਆਪ ਸੰਗਤਾਂ ਨੂੰ ਪਤਾ। ਤੇ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸੰਪੰਨ ਹੋਈ, ਸਮਾਪਤ ਹੋਈ, ਤੇ ਜਿੰਨੇ ਸਰੋਤੇ ਸਨ ਸਣ ਦੇ ਸੱਚਖੰਡ ਜਾਣਾ ਕੀਤਾ, ਕਿਉਂਕਿ ਇਹ ਸਤ ਸੰਗਤ ਦੀ ਮਹਿਮਾ ਹੈ। ਜਿੱਥੇ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਵੀ ਸਤ ਸੰਗਤ ਮੈਂ ਹਰ ਹਰ ਬਸਿਆ, ਮਿਲ ਸੰਗਤ ਹਰ ਗੁਣ ਜਾਣ, ਵੱਡੇ ਭਾਗ ਸਤ ਸੰਗਤ ਪਾਈ, ਗੁਰ ਸਤਿਗੁਰ ਪਰਸ ਭਗਵਾਨ। ਵੱਡੇ ਭਾਗਾਂ ਦੇ ਨਾਲ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ। ਇੱਥੇ ਜੇ ਸਰੋਤਾ ਹਰ ਰੋਜ਼ ਪ੍ਰਯਾਸ ਕਰੇ, ਇੱਕ ਦਿਨ ਐਸਾ ਆ ਜਾਂਦਾ ਤੇ ਜਦੋਂ ਉਸ ਪਦਵੀ ਦੀ ਪ੍ਰਾਪਤੀ ਹੋ ਜਾਂਦੀ, ਐਨਾ ਆਨੰਦ, ਐਨਾ ਰਸ ਜਿਹੜਾ ਵਰਣਨ ਕਰਨ ਤੋਂ ਪਰੇ ਹੋ ਜਾਂਦਾ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਵੀ ਜੋ ਜੀਵਨ ਕਾਲ ਦੇ ਵਿੱਚ ਭੁੱਲ ਕੇ ਵੀ ਪਰਮੇਸ਼ਰ ਦੇ ਨਾਮ ਦਾ ਚਿੰਤਨ ਨਹੀਂ ਕਰਦੇ, ਉਹ ਜ਼ਰੂਰਤ ਮਹਿਸੂਸੇ ਨਹੀਂ ਕਰਦੇ ਅੰਮ੍ਰਿਤ ਵੇਲੇ ਉੱਠਣ ਦੀ, ਸਿੱਖੀ ਸਰੂਪ ਰੱਖਣ ਦੀ, ਅੰਮ੍ਰਿਤ ਛਕਣ ਦੀ, ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਦੀ, ਕਥਾ ਕੀਰਤਨ ਦੀ, ਸਤਿਨਾਮ ਵਾਹਿਗੁਰੂ ਦੇ ਸਿਮਰਨ ਦੀ, ਜਾਂ ਸੇਵਾ ਕਰਨ ਦੀ, ਤਨ ਮਨ ਧਨ ਕਰਕੇ ਉਹ ਜ਼ਰੂਰਤ ਮਹਿਸੂਸੇ ਨਹੀਂ ਕਰਦੇ। ਉਲਟੀਆਂ ਉਹ ਗੱਲਾਂ ਕਰਦੇ ਹਨ ਉਹਨਾਂ ਦੇ ਮੁਤਲਕ, ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ ਵੀ ਟਕਰਾ ਹੋਇਆ। ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਕਾਲ ਦੇ ਵਿੱਚ ਵੀ ਐਸੇ ਮਨਮੁਖ ਜੀਵਨ ਦੇ ਵਿੱਚ ਆਏ, ਤੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਐਸੇ ਮਨ ਦੇ ਪਿੱਛੇ ਚੱਲਣ ਵਾਲੇ ਜੋ ਮਨੁੱਖ ਹਨ, ਉਹਨਾਂ ਦੇ ਪ੍ਰਤੀ ਕਿਰਪਾ ਕਰਦੇ। ਇਹਨਾਂ ਬਚਨਾਂ 'ਚ ਸ਼ਲੋਕ ਮਹੱਲਾ ਤੀਜਾ, ਜਿਨੀ ਨਾਮ ਵਿਸਾਰਿਆ। ਕਿਸੇ ਦਾ ਨਾਮ ਨਹੀਂ ਲਿਆ, ਭਾਵੇਂ ਆਪਣੇ ਪੁੱਤ ਪੋਤਰੇ ਹੋਣ, ਆਪਣਾ ਖਾਨਦਾਨ ਹੋਵੇ, ਆਪਣਾ ਦੇਸ਼ ਕਾਲ ਤੇ ਆਪਣਾ ਸਮਾਜ ਹੋਵੇ, ਤੇ ਪੂਰੇ ਵਰਲਡ ਦੇ ਵਿੱਚ ਤੇ ਤਿੰਨੇ ਕਾਲ ਇਹ ਬਾਣੀ ਸੱਤ ਹੈ। ਜਿਹੜਾ ਸਮਾਂ ਬੀਤਿਆ, ਜਿਹੜਾ ਵਰਤਮਾਨ 'ਚ ਬੀਤ ਰਿਹਾ, ਜਿਹੜਾ ਆਵੇਗਾ, ਇਹ ਜੋ ਬਾਣੀ ਆ, ਕਿਉਂਕਿ ਪਰਮਾਤਮਾ ਦਾ ਰੂਪ ਹੈ, ਪਰਮਾਤਮਾ ਤਿੰਨ ਕਾਲ ਸਦਾ ਸਲਾਮਤ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਵੀ ਜਿਨੀ ਨਾਮ ਵਿਸਾਰਿਆ। ਇਹ ਹੁਣ ਆਪਣੇ ਜੀਵਨ 'ਚ ਹਰ ਇੱਕ ਜੀਵ ਝਾਤੀ ਮਾਰ ਕੇ ਦੇਖੇ ਕਿ ਮੈਨੂੰ ਪਰਮਾਤਮਾ ਯਾਦ ਹੈ ਕਿ ਨਹੀਂ, ਪਰਮਾਤਮਾ ਦੇ ਨਾਮ ਦਾ ਮੈਂ ਚਿੰਤਨ ਕਰਦਾ ਕਿ ਨਹੀਂ, ਪਰਮਾਤਮਾ ਦਾ ਡਰ ਅਤੇ ਭੈ ਮੇਰੇ ਮਨ 'ਚ ਮੌਜੂਦ ਹੈ ਕਿ ਨਹੀਂ, ਮੈਂ ਪਰਮਾਤਮਾ ਦੀ ਹੋਂਦ ਨੂੰ ਮੰਨਦਾ ਕਿ ਨਹੀਂ। ਇਹ ਆਪਣੇ ਨਾਲ ਵਿਚਾਰ ਕਰੇ ਤੇ ਪਤਾ ਲੱਗ ਜਾਵੇਗਾ ਕਿ ਇਸ ਦੀ ਗਿਣਤੀ ਮਨਮੁਖਾਂ ਦੇ ਵਿੱਚ ਹੈ ਜਾਂ ਗੁਰਮੁਖਾਂ ਦੇ ਵਿੱਚ ਹੈ, ਅਭਿਆਸੀਆਂ ਦੇ ਵਿੱਚ ਹੈ ਜਾਂ ਸੰਸਾਰੀਆਂ ਦੇ ਵਿੱਚ ਹੈ ਜਾਂ ਨਿਰੰਕਾਰੀਆਂ ਦੇ ਵਿੱਚ ਹੈ। ਇਹ ਕਿਸ ਰਸਤੇ ਤੇ ਜ਼ਿੰਦਗੀ ਦਾ ਸਫ਼ਰ ਕਰ ਰਿਹਾ, ਇਹਨੂੰ ਖੁਦ ਨੂੰ ਪਤਾ ਲੱਗ ਜਾਵੇਗਾ। ਸਤਿਗੁਰਾਂ ਦੇ ਬਚਨ ਗੁਰਮੁਖੋ ਕਿ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਇਹਨੂੰ ਬਿਲਕੁਲ ਪਤਾ ਲੱਗ ਜਾਵੇਗਾ। ਕਤਕ ਕਰਮ ਕਮਾਵਣੇ,
ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਬੇਮੁਖ ਹੋਏ RAM ਤੇ, ਲੱਗਣ ਜਨਮ ਵਿਜੋਗ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜਿਨ੍ਹਾਂ ਕਾਰਨਾਂ ਕਰਕੇ ਸਿਮਰਨ ਨਹੀਂ ਕਰ ਸਕਿਆ, ਇੱਕ ਅੱਖ ਦੇ ਫੁਰਕੇ ਦੇ ਵਿੱਚ ਉਹਨਾਂ ਨੇ ਪਰਾਏ ਹੋ ਜਾਣਾ। ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪਕਾਰ। ਆਦ ਖੜੀ ਕੋ ਨਹਿ ਰਾਖੈ, ਘਰ ਤੇ ਦੇਤ ਨੇਕਾਰ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਜਾਵੀ ਹੰਸ ਤਜੀ ਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਕਿ ਜਿਨੀ ਨਾਮ ਵਸਾਰਿਆ, ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਤੇ ਪਰਮਾਤਮਾ ਦੀ ਹੋਂਦ ਨੂੰ ਤੇ ਪਰਮਾਤਮਾ ਨੂੰ ਭੁੱਲ ਕਰਕੇ ਜ਼ਿੰਦਗੀ ਜੀ ਰਹੇ ਹੈ। ਬਹੁ ਕਰਮ ਕਮਾਵ ਹੈ ਹੋਰ, ਬੰਦਗੀ ਭਗਤੀ ਸੇਵਾ ਸਿਮਰਨ ਸਤ ਸੰਗਤ ਛੱਡ ਕੇ ਜੋ ਹੋਰ ਕਰਮ ਕਰ ਰਹੇ ਹੈ। ਕਿਉਂਕਿ ਸੰਗਤ ਤਾਂ ਕਰਨੀ ਪੈਣੀ ਹੈ। ਇੱਕ ਬੁਰਿਆਂ ਪੁਰਸ਼ਾਂ ਦੀ ਹੈ, ਮਾੜਿਆਂ ਪੁਰਸ਼ਾਂ ਦੀ ਹੈ, ਉਸ ਨੂੰ ਕਸੰਗਤ ਕਹਿੰਦੇ ਆ। ਉੱਥੇ ਜੀਵ ਨੇ ਬੈਠ ਜਾਣਾ। ਤੇ ਨਹੀਂ ਤਾਂ ਜਿਹਨੂੰ ਬੈਕੁੰਠ ਦਾ ਦਰਜਾ ਪ੍ਰਾਪਤ ਹੈ, ਜੋ ਸੱਚ ਦਾ ਇਕੱਠ ਹੈ, ਸੱਚ ਦੇਖਿਆ ਜਾ ਰਿਹਾ, ਸੱਚ ਨੂੰ ਸੁਣਿਆ ਜਾ ਰਿਹਾ, ਸੱਚ ਨੂੰ ਗਾਇਆ ਜਾ ਰਿਹਾ, ਸੱਚ ਨੂੰ ਵਿਚਾਰਿਆ ਜਾ ਰਿਹਾ, ਉਹ ਪਰਮਾਤਮਾ ਦੀ ਸਭਾ ਹੈ। ਸਤਿਨਾਮ ਹੈ ਪਰਮਾਤਮਾ। ਜਿੱਥੇ ਸੱਤ ਦੀ ਬਾਤ ਹੋ ਰਹੀ ਹੈ ਉਹ ਹੈ ਸੰਗਤ। ਤੇ ਜਿਹੜਾ ਇਕੱਠ ਸੱਤ ਦਾ ਗਿਆਨ ਕਰਾਉਂਦਾ, ਜਿਹੜਾ ਇਕੱਠ ਸੱਤ ਦੀ ਪ੍ਰਾਪਤੀ ਤੱਕ ਜੀਵ ਨੂੰ ਪਹੁੰਚਾ ਦਿੰਦਾ, ਜਿਹੜਾ ਸੱਤ ਜੀਵ ਦਾ ਜੰਮਣ ਮਰਨ ਕੱਟ ਦਿੰਦਾ, ਜਿਹੜਾ ਸੱਤ ਹਮੇਸ਼ਾ ਹੀ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਦਿੰਦਾ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਜਿਨੇ ਨਾਮ ਵਸਾਰਿਆ, ਬਹੁ ਕਰਮ ਕਮਾਵੈ ਹੋਰ। ਜੇ ਸੱਚ ਨਹੀਂ ਬੋਲਣਾ ਤੇ ਝੂਠ ਤਾਂ ਬੋਲਣਾ ਹੀ ਪੈਣਾ। ਜੇ ਸਿਮਰਨ ਨਹੀਂ ਕਰਨਾ ਤੇ ਨਿੰਦਾ ਚੁਗਲੀ ਤਾਂ ਰਸਨਾ ਨੇ, ਕਿਉਂਕਿ ਬੋਲਣੋਂ ਤਾਂ ਬੰਦ ਨਹੀਂ ਹੋ ਜਾਣਾ। ਜੇ ਕੰਨਾਂ ਤੋਂ ਬਾਣੀ ਕਥਾ ਕੀਰਤਨ ਸਿਫਤ ਵਡਿਆਈ ਸਲਾਹ ਰੱਬ ਦੀ ਨਹੀਂ ਸੁਣਨੀ ਤੇ ਸੰਸਾਰ ਨੂੰ ਤਾਂ ਸੁਣ ਹੀ ਰਹੇ ਹਨ। ਕੰਨਾਂ ਦਾ ਸੁਭਾਅ ਤਾਂ ਸੁਣਨਾ ਹੈ। ਜੋ ਸੁਣੋਗੇ, ਜੋ ਪਾਵੇ ਭਾਂਡੇ ਵਿੱਚ ਵਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਬਹੁ ਕਰਮ ਕਮਾਵ ਹੈ ਹੋਰ। ਬੇ ਰੱਬ ਦਾ ਸਿਮਰਨ ਕਥਾ ਕੀਰਤਨ ਸਤ ਸੰਗਤ ਛੱਡ ਕੇ ਜੀਵ ਜੋ ਹੋਰ ਕੰਮ ਕਰੇਗਾ, ਮਹਾਰਾਜ ਜੀ ਕਹਿੰਦੇ ਉਹਨੂੰ ਜੋ ਸਜ਼ਾ ਮਿਲਣੀ ਹੈ, ਜੋ ਉਸ ਨੂੰ ਹਰਜਾਨਾ ਭੁਗਤਣਾ ਪੈਣਾ। ਇਹ ਗੱਲ ਕਹਿ ਕੇ ਨਹੀਂ ਗੱਲ ਬਣ ਜਾਣੀ ਵੀ ਕੁਝ ਵੀ ਆਪਣੇ ਮਨ ਦੇ ਵਿੱਚ ਆ ਗਿਆ ਉਹ ਕਹਿ ਤੇ ਛੁਟਕਾਰਾ ਹੋ ਜਾਣਾ। ਕਹਿੰਦੇ ਨਹੀਂ, ਐਸਾ ਨਹੀਂ ਹੋ ਸਕਦਾ। ਕਿਉਂਕਿ ਕਰਮ ਧਰਤੀ ਸਰੀਰ ਕਲਯੁਗ ਵਿੱਚ, ਜੇਹਾ ਕੋ ਬੀਜੈ ਤੇਹਾ ਕੋ ਖਾਏ। ਗੱਲਾਂ ਉੱਪਰ ਤਪਾਵਸਨਾ ਹੋਵੇ, ਬਿਸ ਖਾਧੀ ਤਤਕਾਲ ਮਰ ਜਾਏ। ਇਹ ਸਰੀਰ ਵੀ ਕਲਯੁਗ ਦੇ ਅੰਦਰ ਇੱਕ ਧਰਤੀ ਦੀ ਤਰ੍ਹਾਂ ਜੀਵ ਨੂੰ ਮਿਲਿਆ। ਇਸ ਸਰੀਰ ਰੂਪੀ ਧਰਤੀ ਦੇ ਵਿੱਚ ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਇੱਥੇ ਜਿਹੋ ਜਿਹਾ ਬੀਜ ਬੀਜੋਗੇ, ਜੋ ਸੁਣੋਗੇ, ਜੋ ਦੇਖੋਗੇ, ਜੋ ਬੋਲੋਗੇ, ਜੋ ਵਿਚਾਰੋਗੇ। ਨਰ ਅਚੇਤ ਪਾਪ ਤੇ ਡਰ ਰੇ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਅਚਾਨਚੱਕ ਕੋਈ ਫਿੱਕਾ ਬੋਲ ਨਾ ਬੋਲਿਆ ਜਾਵੇ, ਅਚਾਨਚੱਕ ਕੋਈ ਐਸੇ ਕੰਮ ਦੀ ਵਿਚਾਰ ਨਾ ਤੇਰੇ ਮਨ 'ਚ ਆ ਜਾਵੇ। ਸਾਵਧਾਨੀ ਵਰਤਣੀ ਹੈ ਪੂਰੀ। ਮਹਾਰਾਜ ਜੀ ਕਹਿੰਦੇ ਉਹਨੂੰ ਸਜ਼ਾ ਕੀ ਮਿਲਣੀ ਹੈ। ਨਾਨਕ ਜੰਪੁਰ ਬੱਧੇ ਮਾਰੀ ਹੈ। ਜਮਾਂ ਦਾ ਨਾਮ ਵੀ ਲੈ ਦਿੱਤਾ, ਜੰਮਪੁਰੀ ਦਾ ਵੀ ਐਡਰੈਸ ਦੇ ਦਿੱਤਾ, ਤੇ ਇਹ ਵੀ ਦੱਸਤਾ ਵੀ ਤੈਨੂੰ ਬੰਨ੍ਹ ਕੇ ਮਾਰਿਆ ਜਾਣਾ, ਕੁੱਟਿਆ ਜਾਣਾ, ਤੈਨੂੰ ਸਜ਼ਾ ਮਿਲਣੀ। ਫਿਰ ਜੇ ਸਵਾਲ ਉੱਠੇ ਕਿਵੇਂ, ਕਹਿੰਦੇ ਜਿਉਂ ਸੰਨੀ ਉੱਪਰ ਚੋਰ।
ਜਿਸ ਤਰ੍ਹਾਂ ਚੋਰ ਸੰਨ ਲਾਉਂਦਾ ਹੀ ਪਕੜਿਆ ਜਾਵੇ, ਸਮਾਨ ਚੱਕਦਾ ਹੀ ਪਕੜਿਆ ਜਾਵੇ, ਜੰਦੇ ਤੋੜਦਾ ਹੀ ਪਕੜਿਆ ਜਾਵੇ, ਧਨ ਨੂੰ ਚੁਰਾਉਂਦਾ ਉੱਪਰੇ ਹੀ ਮਾਲਕ ਪਕੜ ਲਵੇ, ਫਿਰ ਉਹਦੀ ਹਾਲਤ ਕੀ ਹੁੰਦੀ ਹੈ? ਕਹਿੰਦੇ ਇਹ ਹਾਲਤ ਮਨਮੁਖ ਦੀ ਹੋਣੀ ਆ, ਜਿਹੜੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕਰਦੇ। ਮਹੱਲਾ ਪੰਜਵਾ। ਇਹ ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸਬਰ ਸੰਤੋਖ ਦੇ ਸਾਗਰ, ਜਿਨ੍ਹਾਂ ਸਤਿਗੁਰਾਂ ਨੇ ਤਰਸ ਕਰਕੇ ਕਲਯੁਗੀ ਜੀਵਾਂ ਤੇ ਗੁਰਮੁਖੋ ਇਹ ਨਾਮ ਬਾਣੀ ਦਾ ਜਹਾਜ਼ ਬਣਾਇਆ, ਪੂਰੇ ਸੰਸਾਰ ਨੂੰ ਇਹ ਖੁੱਲ੍ਹਾ ਉਪਦੇਸ਼ ਸੰਸਾਰ ਦੇ ਭਲੇ ਵਾਸਤੇ ਦਿੱਤਾ ਕਿ ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ, ਹਰ ਹਰ ਨਾਮ ਬੋਹਤ ਹੈ, ਖੇਵਟ ਗੁਰ ਸ਼ਬਦੇ ਲਾਗ ਤਰੋ। ਕਹਿੰਦੇ ਇਹ ਨਾਮ ਬਾਣੀ ਦਾ ਜਹਾਜ਼ ਹੈ, ਮਿਲ ਕੇ ਕਰੈ ਕਹਾਣੀਆਂ ਸਮਰੰਥ ਕੰਤ ਕੀਆ। ਇੰਨੀ ਵੱਡੀ ਵਡਿਆਈ, ਇਹਨੂੰ ਰੱਬ ਦੀ ਸਭਾ ਕਹਿੰਦੇ ਆ, ਇਹਨੂੰ ਸੱਚ ਦੀ ਸੰਗਤ ਕਹਿੰਦੇ ਆ, ਇਹਨੂੰ ਰੱਬ ਦਾ ਘਰ ਕਹਿੰਦੇ ਆ। ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ, ਹਰ ਹਰ ਨਾਮ ਬਹੁਤ ਹੈ ਕਲਯੁਗ, ਖੇਵਟ ਗੁਰ ਸ਼ਬਦ ਤਰੋ। ਇਹ ਭਵ ਸਾਗਰ ਦੇ ਵਿੱਚ ਜੋ ਨਾਮ ਬਾਣੀ ਦਾ ਜਹਾਜ਼, ਜਿਸ ਦਾ ਮਲਾਹ ਆਪ ਗੁਰੂ ਹੈ, ਆ ਕਰਕੇ ਬੈਠੋ ਭਲਾ ਹੋ ਜਾਊਗਾ, ਲੋਕ ਪਰਲੋਕ ਸਵਾਰਿਆ ਜਾਵੇਗਾ। ਐਸੇ ਗਰੀਬ ਨਵਾਜ ਧਰਤ ਸੁਹਾਵੜੀ, ਆਕਾਸ ਸੁਹੰਦਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ, ਜਿਹੜੇ ਪਰਮਾਤਮਾ ਨੂੰ ਵਿਸਾਰ ਕੇ ਜੀ ਰਹੇ, ਉਹਨਾਂ ਦੀ ਜ਼ਿੰਦਗੀ ਬਾਰੇ ਦੱਸਿਆ ਤੇ ਨਾਲੇ ਸਜ਼ਾ ਬਾਰੇ ਦੱਸਤਾ। ਕਿਉਂ ਸਜ਼ਾ ਮਿਲਣੀ ਆ ਜਮਪੁਰੀ ਦੇ ਵਿੱਚ, ਉਹ ਵੀ ਬਿਲਕੁਲ ਸਪਸ਼ਟ ਕਰਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਵੀ ਜਿਹੜੇ ਸਿਮਰਨ ਸਾਧਨਾ ਕਰਦੇ ਆ, ਐਨੀ ਵਡਿਆਈ ਕਿ ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦਾ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ। ਸੋਹੀ ਹੈ ਦਾ ਮਤਲਬ ਜਿੱਥੇ ਬੈਠਾ ਇਹ ਸੋਭਾ ਦੇ ਰਿਹਾ। ਇਹਦਾ ਦੂਸਰਾ ਅਰਥ ਹੋ ਗਿਆ ਵੀ ਗੁਰੂ ਦੇ ਚਰਨਾਂ ਨੂੰ ਛੱਡ ਕੇ, ਸਤ ਸੰਗਤ ਨੂੰ ਛੱਡ ਕੇ, ਸੇਵਾ ਸਿਮਰਨ ਵਾਲੇ ਚੌਂਕੜੇ ਨੂੰ ਛੱਡ ਕੇ, ਇਹ ਜੀਵ ਭਾਵੇਂ ਪੂਰੇ ਵਰਲਡ ਦਾ ਬਾਦਸ਼ਾਹ ਕਿਉਂ ਨਾ ਹੋਵੇ, ਪਰ ਉੱਥੇ ਇਸ ਨੂੰ ਉਹ ਸੋਭਾ ਨਹੀਂ ਮਿਲਣੀ। ਕਿਉਂਕਿ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈ ਹੈ। ਜਿਹੜਾ ਸੁਖ ਸਿਮਰਨ ਦੇ ਵਿੱਚ ਹੈ, ਜਿਹੜਾ ਸੁਖ ਸਤ ਸੰਗਤ ਦੇ ਵਿੱਚ ਹੈ, ਜਿਹੜਾ ਸੁਖ ਪ੍ਰਭੂ ਦੀ ਯਾਦ ਦੇ ਵਿੱਚ ਹੈ, ਉਹ ਗੁਰਮੁਖ ਪਿਆਰਿਓ ਕਿਤੇ ਵੀ ਜੀਵ ਨੂੰ ਪ੍ਰਾਪਤ ਨਹੀਂ ਹੋ ਸਕਦਾ ਤਿੰਨਾਂ ਲੋਕਾਂ ਦੇ ਵਿੱਚ। ਫਿਰ ਨਾਮ ਦਾ ਸੁਖ ਇਤਨਾ, ਤੇ ਨਾ ਮੌਤ ਦਾ ਡਰ, ਨਾ ਜਮਾਂ ਦਾ ਡਰ, ਨਾ ਧਰਮ ਰਾਜੇ ਦਾ ਡਰ, ਨਾ ਜੀਵਨ ਦਾ ਡਰ। ਡਰ ਹੀ ਖਤਮ ਹੋ ਗਿਆ। ਨਿਰਭਉ ਜਪੈ ਸਗਲ ਭਉ ਮਿਟੈ। ਹੁਣ ਜਿਹੜੇ ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਹੋਏ ਹੈ, ਗਰੀਬ ਨਵਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਵਾਸਤੇ ਧਰਤ ਸੁਹਾਵੜੀ। ਇਹ ਜਿੰਨੀ ਵੀ ਧਰਤੀ ਹੈ ਸੋਭਨੀਕ ਬਣ ਜਾਂਦੀ ਹੈ। ਇੱਥੇ ਤੱਕ ਕਿ ਸਿਮਰਨ ਵਾਲੀਆਂ ਰੂਹਾਂ ਦੇ ਚਰਨਾਂ ਦੀ ਉਡੀਕ ਕਰਦੀ ਆ ਧਰਤੀ, ਕਿ ਮੇਰੇ ਵੀ ਚੰਗੇ ਭਾਗ, ਕਿ ਮੇਰੇ ਇਸ ਜਗ੍ਹਾ ਤੇ ਚਰਨ ਪਾ ਕੇ ਮੈਨੂੰ ਪਵਿੱਤਰ ਕਰਤਾ। ਨਾ ਬੋਲਦੀ ਹੋਈ ਵੀ ਇਹ ਉਸ ਧਰਤੀ ਤੋਂ ਪ੍ਰਤੱਖ ਦਿਖਣ ਨੂੰ ਮਿਲਦਾ। ਸਾਰੀ ਧਰਤੀ ਇੱਕੋ ਜਿਹੀ ਹੈ। ਹਰਿਮੰਦਰ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਨੂੰ ਅਸੀਂ ਕਿਉਂ ਇਹ ਗੱਲ ਕਹਿੰਦੇ ਹਾਂ ਕਿ ਡਿੱਠੇ ਸਭੇ ਥਾਵ, ਨਹੀਂ ਤੁਧ ਜਿਹਿਆ ਬਧੋ ਪੁਰਖ ਵਧਾਤੇ ਤਾਹਾਂ ਤੂੰ ਸੋਹਿਆ। ਕਿਉਂਕਿ ਸੱਚਖੰਡ ਹਰਿਮੰਦਰ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ 'ਤੇ ਸਭ ਤੋਂ ਪਹਿਲਾਂ
ਗੁਰੂ ਨਾਨਕ ਮਹਾਰਾਜ ਨੇ ਚਰਨ ਪਾਏ। ਗੁਰੂ ਨਾਨਕ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਹੋਇਆ। ਜਦੋਂ ਮਹਾਰਾਜ ਜੀ ਚੱਲੇ ਤੇ ਬੇਨਤੀ ਕੀਤੀ, ਮਹਾਰਾਜ ਨੇ ਬਚਨ ਕਰਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਸਦਾ ਹੀ ਕੀਰਤਨ ਦਾ ਪ੍ਰਵਾਹ ਚੱਲੇਗਾ, ਅੰਮ੍ਰਿਤ ਦੀ ਵਰਖਾ ਹੋਏਗੀ, ਜਗ੍ਹਾ ਉਹੀ ਹੈ। ਫਿਰ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਮਨੁੱਖ ਜਿੱਥੇ ਮਰਜੀ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧਿਆਨ ਧਰ ਕੇ ਸਿਰ ਨਿਭਾ ਦਿੰਦਾ। ਗੁਰਮੁਖ ਜਿੱਥੇ ਮਰਜੀ ਹੋਵੇ, ਗੁਰ ਅਸਥਾਨਾਂ ਦਾ ਧਿਆਨ ਧਰ ਕੇ ਸੀਸ ਨਿਭਾ ਦਿੰਦਾ। ਗੁਰਮੁਖ ਜਿੱਥੇ ਮਰਜੀ ਅਰਦਾਸ ਕਰਦਾ ਹੋਵੇ ਤੇ ਉੱਥੇ ਨਾਮ ਲਿਆ ਜਾਂਦਾ ਨਾ। ਗੁਰ ਅਸਥਾਨਾਂ ਦਾ, ਤਖਤਾਂ ਦਾ ਕਿਉਂ ਲਿਆ ਜਾਂਦਾ ਕਿ ਉਸ ਧਰਤੀ ਤੇ ਬੈਠ ਕਰਕੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਸੇਵਤ ਸਲਾਹ, ਉਹਦੇ ਨਾਮ ਦਾ ਚਿੰਤਨ ਕੀਤਾ ਜਾਂਦਾ। ਉੱਥੇ ਗੁਰੂ ਸਾਹਿਬਾਂ ਨੇ ਚਰਨ ਪਾਏ। ਧਰਤ ਸੁਹਾਵੜੀ, ਪਹਿਲਾਂ ਧਰਤੀ ਤੋਂ ਗੱਲ ਕੀਤੀ, ਫਿਰ ਸਿੱਧੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆਕਾਸ਼ ਸੁਹੰਦਾ। ਧਰਤੀ ਵੀ ਸੋਭਨੀਕ ਬਣ ਗਈ, ਸੁੰਦਰ ਬਣ ਗਈ। ਹੁਣ ਆਕਾਸ਼ ਵੀ ਸੋਭਨਾਕ ਤੇ ਸੁੰਦਰ ਬਣ ਗਿਆ, ਕਿਉਂਕਿ ਧਰਤੀ ਦੀਆਂ ਉਸ ਜਗ੍ਹਾ ਦੀਆਂ ਜਿਹੜੀਆਂ ਕਿਰਨਾਂ ਹੈ ਉਹ ਆਕਾਸ਼ ਨੂੰ ਛੂਹ ਰਹੀਆਂ। ਆਕਾਸ਼ ਵੀ ਖੁਸ਼ ਹੋ ਰਿਹਾ, ਕਿਉਂ ਮਹਾਰਾਜ? ਤੇ ਧਰਤੀ ਤੇ ਅਸਮਾਨ ਵੀ ਸੋਭਨੀਕ, ਉਹ ਵੀ ਸਿਫਤ ਦੇ ਯੋਗ ਹੋ ਗਿਆ। ਤੇ ਐਸਾ ਕਿਹੜਾ ਕਰਮ ਹੋ ਗਿਆ ਉਸ ਜਗ੍ਹਾ ਤੇ? ਕਹਿੰਦੇ ਜਪੰਦਿਆਂ ਹਰ ਨਾਉ। ਉਸ ਜਗ੍ਹਾ ਤੇ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਸਿਮਰਨ, ਕਥਾ ਕੀਰਤਨ ਦਾ ਪ੍ਰਵਾਹ, ਅਕਾਲੀ ਬਾਣੀ ਦਾ ਜਾਪ, ਬੇਅੰਤ ਹੀ ਰੂਹਾਂ ਤੇ ਆ ਕਰਕੇ ਚੌਂਕੜੇ ਮਾਰ ਕੇ ਅਫੁਰ ਸਮਾਧੀ ਦੇ ਵਿੱਚ ਲਿਵਲੀਨ ਹੋ ਕੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕੇ ਇੱਕ ਰਸ ਤੇ ਆਤਮਿਕ ਅਡੋਲਤਾ ਨੂੰ ਪ੍ਰਾਪਤ ਹੁੰਦੀ ਆ। ਇਤਨੀ ਵਡਿਆਈ ਨਾਮ ਜਪਣ ਦੀ। ਨਾਨਕ ਨਾਮ ਵਿਹੂਣਿਆ ਤਿੰਨ ਤਨ ਖਾਵੈ ਕਾਉ। ਇੱਕ ਪਾਸੇ ਐਨੀ ਵਡਿਆਈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਿਰਾਗਮਈ ਭੋਗ ਦੇ ਸਲੋਕਾਂ 'ਚ 2 ਸਲੋਕ ਹੈ। ਇੱਕ ਇੱਕ ਸਲੋਕ 'ਚ ਪੂਰਾ ਨਿਰਣਾ। ਇਵੇਂ ਕਹਿ ਲਈਏ ਕਿ ਜੋ ਗੁਰੂ ਅਮਰਦਾਸ ਮਹਾਰਾਜ ਨੇ ਸਲੋਕ ਉਚਾਰਿਆ, ਜਿਨੀ ਨਾਮ ਵਸਾਰਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਲੋਕ ਲੈ ਲਈਏ ਵੇ ਧਰਤ ਸੁਹਾਵੜੀ, ਆਕਾਸ਼ ਸੁਹੰਦਾ, ਜਪੰਦਿਆ ਹਰਨਾਉ। ਦੋਨਾਂ ਦਾ ਇੱਕ ਨਿਚੋੜ ਅਰਥ ਕਰ ਰਹੇ ਗੁਰੂ ਤੇਗ ਬਹਾਦਰ ਮਹਾਰਾਜ ਜੀ। ਮਹਾਰਾਜ ਜੀ ਕਰੋ ਕਿਰਪਾ, ਪਹਿਲਾਂ ਵੀ ਜਿਹੜੇ ਨਾਮ ਨਹੀਂ ਜਪਦੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਕਿ ਏਕ ਭਗਤ ਭਗਵਾਨ, ਇੱਕ ਪਰਮਾਤਮਾ ਦੀ ਭਗਤੀ, ਜਿਹ ਪ੍ਰਾਨੀ ਕੈ ਨਾਹੇ ਮਨ। ਕਹਿੰਦੇ ਜਿਹਦੇ ਮਨ 'ਚ ਪਰਮਾਤਮਾ ਪਰਮੇਸ਼ਰ ਦਾ ਸਿਮਰਨ ਭਗਤੀ ਬੰਦਗੀ ਨਹੀਂ ਹੈ। ਠੀਕ ਹੈ। ਜੈਸੇ ਸੂਕਰ ਸੁਆਨ, ਨਾਨਕ ਮਾਨੋ ਤਾਹੇ ਤਨ। ਕਹਿੰਦੇ ਠੀਕ ਹੈ, ਮਨੁੱਖ ਦਾ ਸਰੀਰ ਹੈ, ਪਰ ਸਾਡੇ ਵੱਲੋਂ ਇਹ ਉਸ ਨੂੰ ਹਦਾਇਤ ਤੇ ਫੈਸਲਾ ਹੈ ਵੀ ਉਸ ਦਾ ਸਰੀਰ ਸੂਰ ਤੇ ਕੁੱਤਿਆਂ ਦੇ ਤੁੱਲ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਇਹ ਭੋਗ ਦੇ ਸਲੋਕਾਂ 'ਚ ਸਲੋਕ। ਹੁਣ ਜੋ ਸਿਮਰਨ ਸਾਧਨਾ, ਸਤਸੰਗਤ ਸੇਵਾ ਸਿਮਰਨ ਕਰਦੇ, ਜਿਸ ਤਰ੍ਹਾਂ ਆਪ ਸੰਗਤਾਂ ਬੈਠੀਆਂ ਤੇ ਉਹ ਕਹਿੰਦੇ ਜੋ ਪ੍ਰਾਨੀ ਨਿਸ ਦਿਨ ਭਜੇ, ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਇੱਕ ਸਰੀਰ ਜਾਨਵਰਾਂ ਦੇ ਨਾਲ ਤੁਲਨਾ ਦੇਤੀ। ਇੱਕ ਸਰੀਰ ਨੂੰ ਕਹਿੰਦੇ ਮੇਰਾ ਹੀ ਰੂਪ ਹੈ। ਰੱਬ ਦੇ ਵਿੱਚ ਤਾਂ ਇਹਦੇ ਵਿੱਚ ਭੇਦੇ ਕੋਈ ਨਹੀਂ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਇੱਥੇ ਤੱਕ ਬਚਨ।
ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ, ਨਾਨਕ ਨਾਮ ਵਿਹੂਣਿਆ ਤਿੰਨ ਤਨ ਖਾਵਹਿ ਕਾਉ। ਕਹਿੰਦੇ ਨਾਮ ਤੋਂ ਬਗੈਰ ਜੋ ਜੀ ਰਹੇ ਆ ਨਾ, ਉਹ ਇਵੇਂ ਸਮਝੋ, ਕਿਉਂਕਿ ਮਰਨੰ ਬਿਸਰਣ ਗੋਵਿੰਦੈ ਜੀਵਨੰ ਹਰ ਨਾਮ ਤੇ ਆਵਣੈ। ਕਹਿੰਦੇ ਮੌਤ ਹੈ ਪਰਮਾਤਮਾ ਨੂੰ ਭੁੱਲ ਕੇ ਜਿਉਣਾ, ਜ਼ਿੰਦਗੀ ਹੈ ਪਰਮਾਤਮਾ ਦੀ ਯਾਦ 'ਚ ਜੀਣਾ। ਆਖਾ ਜੀਵਾਂ ਵਿਸਰੈ ਮਰ ਜਾਓ। ਹੁਣ ਜੋ ਮੁਰਦਿਆਂ ਦੀ ਨਿਆਈ, ਕਹਿੰਦੇ ਮੁਰਦੇ ਨੂੰ ਤਾਂ ਫਿਰ ਜਾਨਵਰ ਕਾਂ ਕੁੱਤੇ ਆ ਕੇ ਖਾਂਦੇ ਆ ਮਾਸ। ਕਹਿੰਦੇ ਇਸੇ ਤਰ੍ਹਾਂ ਜਿਹੜਾ ਮਨਮੁਖ ਦਾ ਜੀਵਨ ਆ, ਨਾਮ ਤੋਂ ਬਗੈਰ ਜੋ ਜੀ ਰਿਹਾ, ਉਸ ਨੂੰ ਕਾਂ ਕੁੱਤੇ ਕਿਹੜੇ ਹਨ? ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਕਾਰ ਨਿੰਦਾ ਈਰਖਾ ਜੈਰਸ ਦੂਈ ਦਵੈਸ਼ ਝੂਠ ਬੋਲਣਾ ਫਿੱਕਾ ਬੋਲਣਾ। ਕਹਿੰਦੇ ਇਹ ਜੋ ਜਾਨਵਰ ਹੈ ਉਸ ਮਨਮੁਖ ਦੇ ਸਰੀਰ ਨੂੰ ਖਾ ਰਹੇ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸੈ। ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਕਹਿੰਦੇ ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ। ਬੇਕੀਮਤੀ ਸਵਾਸ ਬਰਬਾਦ ਹੋ ਰਹੇ ਆ, ਪਰ ਮਨੁੱਖ ਸਮਝਦਾ ਹੀ ਨਹੀਂ। ਕਹਿੰਦੇ ਕੋਈ ਨਾ ਸੁਣੇ ਪੁਕਾਰਾ। ਜਦੋਂ ਸਮਾਂ ਆਉਣਾ ਕਿਸੇ ਨੇ ਪੁਕਾਰ ਨਹੀਂ ਸੁਣਨੀ। ਪੌੜੀ ਨਾਮ ਸਲਾਹਨ ਭਾਉ ਕਰ ਨਿਜ ਮਹਿਲੀ ਵਾਸਾ। ਕਹਿੰਦੇ ਜੋ ਸਿਫਤ ਸਲਾਹ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਦੀ ਕਰਦੇ ਤੇ ਸੁਣਦੇ, ਪ੍ਰੇਮ ਤੇ ਸ਼ਰਧਾ ਭਾਵਨਾ ਦੇ ਨਾਲ ਨਿਜ ਮਹਿਲੀ ਵਾਸਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ। ਥਿਰ ਕਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਿਹੜਾ ਨਿਜ ਘਰ ਬੇਗਮਪੁਰਾ ਸ਼ਹਿਰ ਕੋ ਨਾਓ। ਉਹ ਅਟਲ ਪਦਵੀ ਨੂੰ ਉਸ ਘਰ ਦੇ ਵਸੰਦੇ ਬਣ ਜਾਂਦੇ ਆ। ਸਰੀਰ ਦੇ ਵਿੱਚ ਰਹਿੰਦਿਆਂ ਹੀ ਉਸ ਮਹਿਲ ਦੇ ਉਹ ਵਾਸੀ ਬਣ ਜਾਂਦੇ ਜੋ ਪਰਮਾਤਮਾ ਦਾ ਮਹਿਲ ਹੈ, ਜਿਹਨੂੰ ਸੱਚਖੰਡ ਕਹੀਏ ਤੇ ਬੈਕੁੰਠ ਕਹੀਏ, ਪਰਮਾਤਮਾ ਦਾ ਘਰ ਦਰ ਕਹੀਏ, ਤੇ ਜੋ ਸਿਫਤ ਸਲਾਹ ਪਰਮਾਤਮਾ ਪਰਮੇਸ਼ਰ ਦੀ ਕਰਦੇ ਹਨ। ਮਹਾਰਾਜ ਜੀ ਫੇਰ ਉਹ ਮੁੜ ਕੇ ਜੂਨਾਂ 'ਚ ਤਾਂ ਆਉਂਦੇ ਨਹੀਂ ਹੋਣੇ। ਉਹਨਾਂ ਦਾ ਫਿਰ ਆਵਾਗੌਣ ਕੱਟਿਆ ਗਿਆ। ਕਹਿੰਦੇ ਓਏ ਬਾਹੁੜ ਜੋਨ ਨਾ ਆਵਣੀ, ਬਿਲਕੁਲ ਸਪਸ਼ਟ। ਕਹਿੰਦੇ ਮੁੜ ਕੇ ਉਹਨਾਂ ਨੂੰ ਕੋਈ ਜੂਨ ਪ੍ਰਾਪਤ ਨਹੀਂ ਹੁੰਦੀ। ਉਹ ਤਾਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਿਸ ਤਰ੍ਹਾਂ ਕੋਈ ਵੀ ਨਦੀ ਪਾਣੀ ਜਦੋਂ ਸਾਗਰ ਦੇ ਵਿੱਚ ਇਕਮਿਕ ਹੋ ਜਾਂਦਾ, ਉਹ ਉਸ ਦਾ ਹੀ ਰੂਪ ਹੋ ਜਾਂਦਾ, ਸਾਗਰ ਤੋਂ ਫਿਰ ਅਲੱਗ ਨਹੀਂ ਹੁੰਦਾ। ਇਸੇ ਤਰ੍ਹਾਂ ਜੋ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਹੈ, ਇਹ ਜਿਹੜਾ ਅਭਿਆਸੀ ਭਗਤੀ ਬੰਦਗੀ ਕਰਨ ਵਾਲਾ, ਐਨੀ ਇਕਾਗਰਤਾ ਬਣਦੀ 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 ਬਸ ਜਿਉਂਦੇ ਜੀ ਮੁਕਤੀ ਨੂੰ ਇਹ ਅਨੁਭਵ ਕਰ ਲੈਂਦਾ। ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ। ਓਏ ਬਹੁੜ ਜੋਨ ਨਾ ਆਵਣੀ, ਫਿਰ ਹੋਏ ਨਾ ਬਨਾਸਾ। ਕਹਿੰਦੇ ਜਦੋਂ ਮੁੜ ਕੇ ਜੂਨਾਂ 'ਚ ਨਹੀਂ ਆਉਣਾ ਤੇ ਫਿਰ ਮੌਤ ਨਹੀਂ, ਕੋਈ ਜਨਮ ਨਹੀਂ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਹਰ ਸੇਤੀ ਰੰਗ ਰਵ ਰਹੇ, ਸਭ ਸਾਸ ਗਰਾਸਾ। ਇੱਕ ਘੜੀ ਦੀ ਗੱਲ ਨਹੀਂ ਤੇ ਸੁਬਾਹ ਸ਼ਾਮ ਦੀ ਗੱਲ ਨਹੀਂ, ਇੱਕ ਸਵਾਸ ਜਾਂ ਪਲ ਦੀ ਗੱਲ ਨਹੀਂ। ਕਹਿੰਦੇ ਇੱਥੇ ਤਾਂ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਕਹਿੰਦੇ ਸਾਹ ਲੈਂਦਿਆਂ ਵੀ ਤੇ ਸਾਹ ਜਦੋਂ ਬਾਹਰ ਜਾਂਦਾ ਕੱਢਦਿਆਂ ਵੀ। ਜਾਦੇ ਅੰਦਰ ਮਤਲਬ ਅਕਾਲ ਪੁਰਖ ਪਰਮੇਸ਼ਰ ਦੀ ਹਿਰਦੇ 'ਚ ਬਣ ਗਈ। ਹੁਣ ਸਾਹ ਭਿੱਜਿਆ ਹੋਇਆ ਨਾਮ ਦੇ ਨਾਲ ਆਉਂਦਾ ਤੇ ਭਿੱਜਿਆ ਹੋਇਆ ਹੀ ਵਾਰ ਨੂੰ ਆਉਂਦਾ, ਇੱਥੇ ਤੱਕ ਕਿ ਤਿਨ ਕੀ ਸੋਏ ਸੁਣੀ ਮਨ ਹਰਿਆ, ਕਿਸ ਨਾਨਕ ਪਰਸਨ ਆਵੇ। ਉਸ ਦੇ ਕੋਲ ਬੈਠਿਆਂ ਤੇ ਉਸ ਦੇ ਨਾਲ ਗੱਲਾਂ ਬਾਤਾਂ ਕਰਦਿਆਂ, ਉਸ ਦੇ ਤੁਰਦਿਆਂ ਫਿਰਦਿਆਂ ਉਹਦੇ ਸਰੀਰ 'ਚੋਂ ਵੀ ਨਾਮ ਦੀ ਖੁਸ਼ਬੂ ਆ ਰਹੀ ਹੈ। ਕਿਉਂਕਿ ਗੁਰਮੁਖ ਰੋਮ ਰੋਮ ਹਰਿ ਧਿਆਵੈ। ਜਿਹੜੀ ਸਾਡੇ ਅੰਦਰ ਵਿਚਾਰ ਚੱਲਦੀ ਹੈ, ਕੋਈ ਵੀ ਖਿਆਲ ਚੱਲਦਾ,
ਉਹ ਰੋਮ ਰੋਮ ਤੱਕ ਚਲੇ ਜਾਂਦਾ। ਨਾ ਕੁਝ ਬੋਲਣ ਤੋਂ ਵੀ ਉਸ ਸਰੀਰ ਚੋਂ ਐਸਾ ਹਾਵ ਭਾਵ ਤੇ ਐਸੀਆਂ ਕਿਰਨਾਂ ਆ ਰਹੀਆਂ। ਤਾਂ ਹੀ ਅਸੀਂ ਉਹਨਾਂ ਦੇ ਦਰਸ਼ਨ ਦਿਦਾਰੇ ਤੇ ਉਹਨਾਂ ਦਾ ਮਿਲਾਪ ਮੰਗਦੇ ਹਾਂ ਅਰਦਾਸ ਦੇ ਵਿੱਚ। ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਪ੍ਰੇਮੀਓ ਕਿਰਪਾ ਕਰਦੇ, ਹਰ ਸੇਤੀ ਰੰਗ ਰਬ ਰਹੇ ਸਭ ਸਾਸ ਗਰਾਸਾ। ਵੀ ਜਿੰਨੇ ਵੀ ਸਾਹ ਲੈਂਦਾ, ਜਿੰਨੇ ਵੀ ਸਾਹ ਕੱਢਦਾ, ਉਹ ਬਸ ਰੰਗੇ ਹੋਏ ਆਉਂਦੇ ਹਨ ਸੱਚ ਦੇ ਨਾਲ, ਪਰਮਾਤਮਾ ਦੀ ਯਾਦ ਦੇ ਨਾਲ, ਪਰਮੇਸ਼ਰ ਦੇ ਨਾਮ ਦੇ ਨਾਲ। ਫਿਰ ਉਹ ਐਸਾ ਰੰਗ, ਹਰ ਕਾ ਰੰਗ ਕਦੇ ਨਾ ਉਤਰੈ। ਤਾਂ ਹੀ ਉਹਨੂੰ ਸੂਰਮਾ ਕਿਹਾ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਉਹ ਸੂਰਮਾ ਹੈ ਜਿਹਨੂੰ ਰੰਗ ਚੜ੍ਹਿਆ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ। ਇਹ ਸੰਸਾਰ ਤਾਂ ਜੈਸਾ ਰੰਗ ਕਸੁੰਭ ਕਾ ਤੈਸਾ ਇਹੋ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹੁ ਰਵਿਦਾਸ ਚਮਾਰ। ਇਹ ਭਗਤ ਰਵਿਦਾਸ ਜਿਹੜੇ ਰੰਗੇ ਗਏ ਨਾਮ ਦੇ ਵਿੱਚ, ਉਹਨਾਂ ਦਾ ਫੈਸਲਾ ਹੈ, ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ। ਜਿਨੀ ਗੁਰੂ ਮੁਖ ਦੁਆਰਾ ਉਪਦੇਸ਼ ਨੂੰ ਕਮਾਇਆ, ਇਹ ਰੰਗ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਤੇ ਉਹਨਾਂ ਨੂੰ ਇਹ ਪ੍ਰਕਾਸ਼ ਹੋਇਆ, ਉਹਨਾਂ ਨੂੰ ਇਹ ਅਨੁਭਵ ਤੇ ਆਨੰਦ ਪ੍ਰਾਪਤ ਹੋਇਆ ਗੁਰੂ ਦੀ ਕਿਰਪਾ ਦੁਆਰਾ। ਅਖੀਰਲੀ ਪੰਕਤੀ, ਉਹ ਕਿਰਪਾ ਕਰਕੇ ਮੇਲਿਆਂ ਨਾਨਕ ਹਰ ਪਾਸਾ। ਕਹਿੰਦੇ ਮਿਲਿਆ ਹੋਇਆਂ ਦੀ ਸੰਗਤ ਪੂਰੇ ਗੁਰੂ ਦੀ ਹੋਵੇ, ਬਖਸ਼ਿਸ਼ ਤੇ ਕਿਰਪਾ ਦਾ ਪਾਤਰ ਬਣ ਜਾਵੇ, ਇਹਦੀ ਝੋਲੀ ਭਰ ਜਾਵੇ ਸਿਫਤ ਸਲਾਹ ਪਰਮਾਤਮਾ ਪਰਮੇਸ਼ਰ ਦੇ ਨਾਮ ਦੇ ਨਾਲ, ਤੇ ਗੁਰੂ ਮਿਲਾਪ ਕਰਵਾ ਦੇਵੇ ਬ੍ਰਹਮ ਦੇ ਨਾਲ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਨਾਲ। ਕਿਉਂਕਿ ਗੁਰ ਪਰਮੇਸ਼ਰ ਏਕ ਹੈ, ਜੋ ਸਭ ਮੈਂ ਰਿਹਾ ਸਮਾਏ। ਉਹ ਅਬਨਾਸੀ ਪੁਰਖ ਹੈ, ਨਾ ਆਵੈ ਨਾ ਜਾਏ, ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ। ਉਹ ਕਿਰਪਾ ਕਰਕੇ ਮੇਲਿਆਂ ਨਾਨਕ ਹਰ ਪਾਸਾ। ਹਰ ਇੱਕ ਪੱਖੋਂ ਸਭ ਵਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ। ਰਾਜ ਜੋਗ ਤਖਤ ਦਿਆਨ ਗੁਰ ਰਾਮਦਾਸ। ਹਰ ਪਾਸਾ, ਹਰ ਪਾਸੇ ਜਿੱਧਰ ਵੀ ਦੇਖਦਾ ਉਧਰ ਪਰਮਾਤਮਾ ਹੀ ਉਸ ਨੂੰ ਦਰਸ਼ਨ ਦਿਦਾਰੇ ਦੇ ਰਿਹਾ। ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਚਾਰੇ ਪਾਸੇ ਜ਼ਮੀਨ ਅਸਮਾਨ ਤੇ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਹੋਈਆਂ ਗਲਤੀਆਂ ਦੀ ਖਿਮਾ, ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ। ਉਹ ਕਿਰਪਾ ਕਰਕੇ ਮੇਲਿਆਂ ਨਾਨਕ ਹਰ ਪਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।